ਸਤਿ ਸ਼੍ਰੀ ਅਕਾਲ ਜੀ। ਮੇਰਾ ਵਿਆਹ ਮੇਰੀ ਵਿਧਵਾ ਭਾਬੀ ਨਾਲ ਹੋ ਗਿਆ, ਜੋ ਕਿ ਮੇਰੇ ਨਾਲੋਂ 10 ਸਾਲ ਵੱਡੀ ਸੀ। ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਮੇਰੇ ਕੋਲੋਂ ਕੋਈ ਉਮੀਦ ਨਾ ਰੱਖਣਾ। ਫਿਰ 1 ਮਹੀਨੇ ਬਾਅਦ ਹੀ ਮੈਂ ਦੂਸਰੀ ਸ਼ਾਦੀ ਕਰ ਲਈ। ਮੇਰੀ ਭਾਬੀ ਮੇਰੇ ਘਰ ਇੱਕ ਨੌਕਰਾਣੀ ਦੀ ਹੈਸੀਅਤ ਨਾਲ ਰਹਿੰਦੀ। ਅਜੇ ਮੇਰੇ ਵਿਆਹ ਨੂੰ 2 ਮਹੀਨੇ ਗੁਜ਼ਰੇ ਸੀ ਕਿ ਮੇਰੀ ਭਾਬੀ ਅਚਾਨਕ ਇੱਕ ਦਿਨ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਦੱਸਿਆ ਕਿ ਇਹ ਗਰਭਵਤੀ ਹੈ। ਇਹ ਸੁਣਦੇ ਹੀ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਇਹ ਕਿਵੇਂ ਹੋ ਗਿਆ? ਕਿਉਂਕਿ ਮੇਰੀ ਭਾਬੀ ਨਾਲ ਮੇਰੇ 2 ਰਿਸ਼ਤੇ ਸੀ। ਇੱਕ ਤਾਂ ਉਹ ਸਾਡੇ ਦੂਰ ਦੀ ਰਿਸ਼ਤੇਦਾਰਾਂ ਦੀ ਬੇਟੀ ਸੀ। ਰਿਸ਼ਤੇਦਾਰ ਹੋਣ ਦਾ ਕਰਕੇ ਮੈਂ ਉਸਨੂੰ ਹਮੇਸ਼ਾ ਭੈਣ ਹੀ ਕਹਿੰਦਾ ਸੀ। ਜਦੋਂ ਮੇਰੇ ਭਰਾ ਦਾ ਵਿਆਹ ਉਸ ਨਾਲ ਹੋਇਆ ਤਾਂ ਮੈਂ ਹਮੇਸ਼ਾ ਉਹਨਾਂ ਦੀ ਇੱਜ਼ਤ ਕਰਦਾ ਸੀ। ਮੈਂ ਉਹਨੂੰ ਹਮੇਸ਼ਾ ਭੈਣ ਹੀ ਸਮਝਦਾ ਸੀ ਤੇ ਵੱਡੀ ਭਾਬੀ। ਮੇਰਾ ਭਰਾ ਮੇਰੀ ਭਾਬੀ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ। ਮੇਰੀ ਭਾਬੀ ਤੇ ਮੇਰੇ ਭਰਾ ਦੀ ਜ਼ਿੰਦਗੀ ਬਹੁਤ ਹੀ ਵਧੀਆ ਗੁਜ਼ਰ ਰਹੀ ਸੀ ਕਿ ਅਚਾਨਕ ਇੱਕ ਦਿਨ ਮੇਰੇ ਭਰਾ ਦੀ ਜ਼ਿੰਦਗੀ ਵਿੱਚ ਤੂਫਾਨ ਆ ਗਿਆ, ਕਿਉਂਕਿ ਡਾਕਟਰ ਨੇ ਕਹਿ ਦਿੱਤਾ ਸੀ ਕਿ ਭਾਬੀ ਬਾਂਝ ਹੈ। ਇਹ ਖਬਰ ਸਾਡੇ ਸਾਰੇ ਪਰਿਵਾਰ 'ਤੇ ਇੱਕ ਪਹਾੜ ਦੀ ਤਰ੍ਹਾਂ ਟੁੱਟ ਪਈ ਸੀ। ਇਸ ਗੱਲ ਤੋਂ ਅਸੀਂ ਸਾਰੇ ਬਹੁਤ ਪਰੇਸ਼ਾਨ ਸੀ, ਕਿਉਂਕਿ ਸਾਡੇ ਘਰੇ ਕੋਈ ਬੱਚਾ ਨਹੀਂ ਸੀ। ਸਾਨੂੰ ਬੱਚੇ ਦੀ ਬਹੁਤ ਜ਼ਿਆਦਾ ਖਵਾਇਸ਼ ਸੀ। ਇਸ ਗੱਲ 'ਤੇ ਮੇਰੀ ਮਾਂ ਨੇ ਬਹੁਤ ਹੰਗਾਮਾ ਕੀਤਾ ਕਿ ਸਾਨੂੰ ਤਾਂ ਬੱਚੇ ਦੀ ਜ਼ਰੂਰਤ ਹੈ। ਇਸੇ ਲਈ ਮਾਂ ਨੇ ਭਰਾ ਦਾ ਦੂਸਰਾ ਵਿਆਹ ਕਰਨਾ ਚਾਹਿਆ, ਪਰ ਮੇਰੇ ਭਰਾ ਨੇ ਸਾਫ਼ ਮਨਾ ਕਰ ਦਿੱਤਾ ਕਿ ਮੈਂ ਦੂਸਰਾ ਵਿਆਹ ਨਹੀਂ ਕਰੂੰਗਾ। ਇਸੇ ਕਰਕੇ ਭਾਬੀ ਦਿਨ ਰਾਤ ਰੋਂਦੀ ਰਹਿੰਦੀ। ਮਾਂ ਨੇ ਭਰਾ ਨੂੰ ਤੇ ਸਾਰੇ ਪਰਿਵਾਰ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਗੱਲ ਕਿਸੇ ਨੇ ਨਾ ਮੰਨੀ। ਮੇਰਾ ਭਰਾ ਹਮੇਸ਼ਾ ਹੀ ਕਹਿੰਦਾ ਕਿ ਮੈਂ ਆਪਣੇ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਹਾਂ। ਇਸੇ ਲਈ ਥੱਕ ਹਾਰ ਕੇ ਸਾਰੇ ਚੁੱਪ ਕਰਕੇ ਬਹਿ ਗਏ। ਫਿਰ ਇੱਕ ਦਿਨ ਕੁਝ ਇਹੋ ਜਿਹਾ ਹੋਇਆ ਜਿਸ ਨੇ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਫਿਰ ਇੱਕ ਹਾਦਸਾ ਹੋਇਆ ਜਿਸ ਵਿੱਚ ਮੇਰੇ ਭਰਾ ਦੀ ਮੌਤ ਹੋ ਗਈ। ਮੇਰੀ ਮਾਂ ਹਮੇਸ਼ਾ ਭਾਬੀ ਨੂੰ ਗੱਲਾਂ ਸੁਣਾਉਂਦੀ ਰਹਿੰਦੀ ਕਿ ਤੂੰ ਮਨਹੂਸ ਹੈ, ਕਿ ਮੇਰਾ ਬੇਟਾ ਬਿਨਾਂ ਕੋਈ ਖੁਸ਼ੀ ਵੇਖ ਕੇ ਹੀ ਮਰ ਗਿਆ। ਫਿਰ ਇੱਕ ਦਿਨ ਭਾਬੀ ਨੂੰ ਬਾਂਹ ਤੋਂ ਫੜ ਕੇ ਘਰ ਤੋਂ ਕੱਢਣ ਲੱਗੀ। ਕਹਿਣ ਲੱਗੀ, ਜੇਕਰ ਇਹ ਇੱਥੇ ਰਹੇਗੀ ਤਾਂ ਇਹ ਸਾਡੀ ਸਾਰੀਆਂ ਖੁਸ਼ੀਆਂ ਨੂੰ ਖਾ ਜਾਵੇਗੀ। ਇਸ ਗੱਲ 'ਤੇ ਮੇਰੇ ਪਾਪਾ ਬਹੁਤ ਗੁੱਸੇ ਵਿੱਚ ਆ ਗਏ ਤਾਂ ਉਹ ਕਹਿਣ ਲੱਗੇ ਕਿ ਇਹ 10ਵੀਂ ਤੱਕ ਕਿਤੇ ਨਹੀਂ ਜਾਵੇਗੀ। ਤਾਂ ਮੇਰੀ ਮਾਂ ਕਹਿਣ ਲੱਗੀ ਕਿ ਠੀਕ ਹੈ, 10ਵੀਂ ਹੋਣ ਤੋਂ ਬਾਅਦ ਅਗਲੇ ਹੀ ਦਿਨ ਇਹ ਇੱਥੋਂ ਚਲੇ ਜਾਵੇਗੀ। ਕਿਸੇ ਨੇ ਵੀ ਮੇਰੀ ਮਾਂ ਨੂੰ ਕੁਝ ਨਾ ਕਿਹਾ, ਪਰ ਮੈਨੂੰ ਭਾਬੀ 'ਤੇ ਬਹੁਤ ਤਰਸ ਆਉਂਦਾ। ਮੈਂ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦਾ, ਪਰ ਮਾਂ ਮੈਨੂੰ ਹੀ ਝਿੜਕ ਦਿੰਦੀ ਤੇ ਮੇਰੇ 'ਤੇ ਵੀ ਸ਼ੱਕ ਕਰਦੀ। ਇਸ ਲਈ ਹੁਣ ਮੈਂ ਮਾਂ ਨੂੰ ਕੁਝ ਵੀ ਬੋਲਣਾ ਛੱਡ ਦਿੱਤਾ। ਮੈਂ ਸੋਚਿਆ ਕਿ ਚਲੋ ਜੋ ਮਾਂ ਕਰਦੀ ਹੈ ਕਰੀ ਜਾਵੇ। ਵੈਸੇ ਵੀ ਮੈਂ ਮਾਂ ਨੂੰ ਆਪਣੀ ਭੂਆ ਦੇ ਘਰ ਭੇਜਣ ਵਾਲਾ ਸੀ। ਉਹਨਾਂ ਦੀ ਨਨਾਣ ਦੀ ਛੋਟੀ ਬੇਟੀ ਮੈਨੂੰ ਬਹੁਤ ਪਸੰਦ ਸੀ। ਮੈਨੂੰ ਪੂਰਾ ਯਕੀਨ ਸੀ ਕਿ ਮਾਂ ਨੂੰ ਇਸ ਰਿਸ਼ਤੇ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਵੈਸੇ ਵੀ ਮੇਰੀ ਮਾਂ ਦੀ ਮੇਰੀ ਭੂਆ ਨਾਲ ਬਹੁਤ ਬਣਦੀ ਸੀ। ਉਹ ਗੱਲਾਂ ਵਿੱਚ ਕਈ ਵਾਰ ਕਹਿ ਵੀ ਚੁੱਕੀ ਸੀ ਕਿ ਤੁਹਾਡੀ ਬੇਟੀ ਮੈਨੂੰ ਬਹੁਤ ਪਸੰਦ ਹੈ, ਮੈਂ ਇਸ ਨੂੰ ਆਪਣੀ ਬਹੂ ਬਣਾਉਣਾ ਚਾਹੁੰਦੀ ਹਾਂ। ਤਾਂ ਉਸ ਵਕਤ ਮੈਂ ਆਪਣੀ ਮਾਂ ਨੂੰ ਕੁਝ ਨਾ ਕਹਿੰਦਾ, ਨਾ ਆਪਣੀ ਪਸੰਦ ਦੱਸਦਾ। ਜਦੋਂ ਮਾਂ ਹੀ ਮੇਰਾ ਕੰਮ ਕਰ ਰਹੀ ਸੀ ਤਾਂ ਮੈਨੂੰ ਬੋਲਣ ਦੀ ਕੀ ਜ਼ਰੂਰਤ ਸੀ। ਵੈਸੇ ਮਾਂ ਨੇ ਕਹਿ ਦਿੱਤਾ ਸੀ ਕਿ ਜਿੰਨਾ ਟਾਈਮ ਭਾਬੀ ਸਾਡੇ ਘਰੇ ਹੈ ਉਨਾ ਚਿਰ ਇੱਥੇ ਕੋਈ ਵੀ ਖੁਸ਼ੀ ਦੀ ਗੱਲ ਨਹੀਂ ਹੋਵੇਗੀ। ਇਸੇ ਲਈ ਮੈਂ ਵੀ ਚੁੱਪ ਸੀ ਕਿ ਜਦੋਂ ਭਾਬੀ ਚਲੀ ਜਾਵੇਗੀ ਤਾਂ ਮੈਂ ਮਾਂ ਨਾਲ ਗੱਲ ਕਰਾਂਗਾ। ਵਕਤ ਇਸੇ ਤਰ੍ਹਾਂ ਗੁਜ਼ਰਦਾ ਗਿਆ। ਜਦੋਂ 10ਵੀਂ ਪੂਰੀ ਹੋਈ ਤਾਂ ਭਾਬੀ 'ਤੇ ਜਾਣ ਦਾ ਟਾਈਮ ਆਇਆ। ਮੈਨੂੰ ਹੈਰਾਨੀ ਤਾਂ ਉਸ ਵਕਤ ਹੋਈ ਜਦੋਂ ਮਾਂ ਦਾ ਵਿਹਾਰ ਇੱਕਦਮ ਬਦਲ ਗਿਆ। ਜਦੋਂ ਕਿ ਮਾਂ ਪਹਿਲਾਂ ਭਾਬੀ ਨੂੰ 1 ਮਿੰਟ ਆਪਣੇ ਘਰ ਵਿੱਚ ਬਰਦਾਸ਼ਤ ਨਹੀਂ ਕਰ ਰਹੀ ਸੀ। ਹੁਣ ਤਾਂ 10ਵੀਂ ਵੀ ਪੂਰੀ ਹੋ ਗਈ ਸੀ, ਪਰ ਮਾਂ ਭਾਬੀ ਨੂੰ ਕੁਝ ਵੀ ਨਹੀਂ ਕਹਿ ਰਹੀ ਸੀ। ਮੈਨੂੰ ਲੱਗਾ ਕਿ ਮਾਂ ਪਾਪਾ ਦੀ ਵਜ੍ਹਾ ਕਰਕੇ ਚੁੱਪ ਹੈ। ਤਾਂ ਕਰਕੇ ਮੈਂ ਵੀ ਖੁਸ਼ ਹੋ ਗਿਆ ਕਿ ਮੇਰੇ ਭਰਾ ਦੀ ਰੂਹ ਨੂੰ ਵੀ ਸਕੂਨ ਮਿਲੂਗਾ। ਮੈਂ ਹੁਣ ਬਿਲਕੁਲ ਵੀ ਦੇਰ ਨਹੀਂ ਕਰਨਾ ਚਾਹੁੰਦਾ ਸੀ। ਇਸੇ ਲਈ ਮੈਂ ਮਾਂ ਦੇ ਸਾਹਮਣੇ ਆਪਣੇ ਰਿਸ਼ਤੇ ਦੀ ਗੱਲ ਕੀਤੀ। ਮੈਂ ਕਿਹਾ ਕਿ ਤੁਸੀਂ ਭੂਆ ਦੇ ਨਾਲ ਗੱਲ ਕਰੋ, ਮੇਰੀ ਤੇ ਰੀਦਾ ਦੇ ਰਿਸ਼ਤੇ ਦੀ। ਮਾਂ ਮੇਰੀ ਗੱਲ ਸੁਣ ਕੇ ਚੁੱਪ ਹੋ ਗਈ। ਫਿਰ ਜੋ ਮਾਂ ਨੇ ਕਿਹਾ ਉਹ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਮੇਰੀ ਮਾਂ ਕਹਿਣ ਲੱਗੀ ਕਿ ਮੈਂ ਤੇਰੀ ਭੂਆ ਦੇ ਨਾਲ ਰਿਸ਼ਤੇ ਦੀ ਗੱਲ ਨਹੀਂ ਕਰੂੰਗੀ। ਮੈਂ ਚਾਹੁੰਦੀ ਹਾਂ ਕਿ ਤੂੰ ਮੀਨਾ ਜਾਣ ਕੇ ਆਪਣੀ ਭਾਬੀ ਦੇ ਨਾਲ ਵਿਆਹ ਕਰ ਲੈ। ਮਾਂ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਮੈਂ ਮਾਂ ਨੂੰ ਕਿਹਾ ਕਿ ਮੈਂ ਇਹ ਵਿਆਹ ਨਹੀਂ ਕਰ ਸਕਦਾ, ਪਰ ਮਾਂ ਨਾ ਮੰਨੀ। ਉਹ ਕਹਿਣ ਲੱਗੀ, ਤੈਨੂੰ ਆਪਣੀ ਭਾਬੀ ਦੇ ਨਾਲ ਹੀ ਵਿਆਹ ਕਰਨਾ ਪਵੇਗਾ। ਮੈਂ ਇਹ ਗੱਲ ਪਾਪਾ ਨੂੰ ਦੱਸੀ।
ਪਾਪਾ ਵੀ ਇਹ ਗੱਲ ਸੁਣ ਕੇ ਦੰਗ ਰਹਿ ਗਏ। ਉਹ ਵੀ ਸੋਚਣ ਲੱਗ ਪਏ ਕਿ ਆਖਰ ਅਚਾਨਕ ਮੰਮੀ ਨੂੰ ਕੀ ਹੋ ਗਿਆ ਹੈ। ਪਾਪਾ ਨੇ ਵੀ ਮੰਮੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮਾਂ ਤਾਂ ਮੇਰੀ ਤੇ ਭਾਬੀ ਦਾ ਵਿਆਹ ਕਰਵਾਉਣ 'ਤੇ ਤੁਲੀ ਹੋਈ ਸੀ। ਮਾਂ ਨੇ ਮੇਰੇ ਪਾਪਾ ਨੂੰ ਵੀ ਮਨਾ ਲਿਆ। ਹੁਣ ਤਾਂ ਮੈਨੂੰ ਸੱਚੀ ਹੀ ਭਾਬੀ ਮਨਹੂਸ ਲੱਗ ਰਹੀ ਸੀ, ਜਿਨ੍ਹਾਂ ਨੇ ਸਾਡੀਆਂ ਖੁਸ਼ੀਆਂ ਨੂੰ ਖਾ ਲਿਆ। ਮੈਂ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਡਾ ਇਕਲੌਤਾ ਵਾਰਿਸ ਰਹਿ ਗਿਆ ਹਾਂ। ਜੇਕਰ ਮੈਂ ਭਾਬੀ ਨਾਲ ਵਿਆਹ ਕਰ ਲਿਆ ਤਾਂ ਤੁਸੀਂ ਕਦੀ ਵੀ ਦਾਦੀ ਨਹੀਂ ਬਣ ਸਕੋਗੇ ਤੇ ਨਾ ਹੀ ਮੈਂ ਕਦੀ ਬਾਪ ਬਣ ਸਕੂੰਗਾ। ਮੇਰੀ ਗੱਲ ਸੁਣ ਕੇ ਮੇਰੀ ਮਾਂ ਸੁੰਨ ਰਹਿ ਗਈ ਤੇ ਕਹਿਣ ਲੱਗੀ ਕਿ ਤੇਰੀ ਭਾਬੀ ਇੱਕ ਬਹੁਤ ਵੱਡੀ ਹਸਤੀ ਹੈ। ਜੇਕਰ ਤੇਰਾ ਵਿਆਹ ਇਸ ਨਾਲ ਹੋ ਜਾਵੇਗਾ ਤਾਂ ਜ਼ਿੰਦਗੀ ਸਵਰ ਜਾਵੇਗੀ, ਖੁਸ਼ੀਆਂ ਤੇਰੇ ਪੈਰ ਚੁੰਮਣਗੀਆਂ। ਜਦ ਕਿ ਮੈਂ ਮਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਕੱਲ੍ਹ ਤੱਕ ਜੋ ਭਾਬੀ ਨੂੰ ਮਨਹੂਸ ਕਹਿ ਰਹੀ ਸੀ, ਅਚਾਨਕ ਅੱਜ ਉਹ ਖੁਸ਼ਕਿਸਮਤ ਕਿਵੇਂ ਹੋ ਗਈ। ਫਿਰ ਮੈਂ ਭਾਬੀ ਨਾਲ ਗੱਲ ਕਰਨ ਬਾਰੇ ਸੋਚਿਆ ਕਿ ਮੈਂ ਉਹਨਾਂ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ, ਪਰ ਭਾਬੀ ਮੇਰੀ ਗੱਲ ਸੁਣ ਕੇ ਚੁੱਪ ਰਹੀ। ਫਿਰ ਮੈਂ ਮਾਂ ਨਾਲ ਗੱਲ ਕੀਤੀ, ਪਰ ਮਾਂ ਨਾ ਮੰਨੀ। ਉਹਨਾਂ ਨੇ ਜ਼ਬਰਦਸਤੀ ਮੇਰਾ ਵਿਆਹ ਮੇਰੀ ਵਿਧਵਾ ਭਾਬੀ ਨਾਲ ਕਰ ਦਿੱਤਾ। ਪਰ ਵਿਆਹ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਾਫ਼ ਕਹਿ ਦਿੱਤਾ ਕਿ ਮੇਰੇ ਤੋਂ ਕੋਈ ਉਮੀਦ ਨਾ ਰੱਖਣਾ। ਮੈਂ ਇਹਨਾਂ ਨੂੰ ਕਦੀ ਵੀ ਆਪਣੀ ਘਰਵਾਲੀ ਦਾ ਦਰਜਾ ਨਹੀਂ ਦੇ ਸਕੂੰਗਾ। ਪਰ ਸਾਰਿਆਂ ਨੂੰ ਇਹ ਸੀ ਕਿ ਵਿਆਹ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਪਰ ਮੈਂ ਆਪਣੀ ਗੱਲ 'ਤੇ ਅਟਲ ਰਿਹਾ। ਮੈਂ ਆਪਣੀ ਭਾਬੀ ਨੂੰ ਆਪਣੇ ਕਮਰੇ 'ਤੇ ਜ਼ਿੰਦਗੀ ਵਿੱਚ ਕੋਈ ਜਗ੍ਹਾ ਨਾ ਦਿੱਤੀ। ਭਾਬੀ ਨੂੰ ਵੀ ਸਖਤੀ ਨਾਲ ਮਨਾ ਕਰ ਦਿੱਤਾ ਕਿ ਮੇਰੇ ਕਮਰੇ ਵਿੱਚ ਬਿਲਕੁਲ ਵੀ ਨਾ ਆਉਣਾ। ਪਰ ਉਹ ਮਾਸੂਮੀਅਤ ਦਾ ਨਾਟਕ ਕਰਨ ਲੱਗੀ ਤੇ ਚੁੱਪਚਾਪ ਘਰ ਦੇ ਇੱਕ ਕੋਨੇ ਵਿੱਚ ਇੱਕ ਨੌਕਰਾਣੀ ਦੀ ਤਰ੍ਹਾਂ ਪਈ ਰਹਿੰਦੀ। ਵਿਆਹ ਦੇ ਕੁਝ ਦਿਨ ਬਾਅਦ ਜਦੋਂ ਮੈਂ ਆਪਣੀ ਮਾਂ ਦੇ ਨਾਲ ਆਪਣੇ ਦੂਜੇ ਵਿਆਹ ਦੀ ਗੱਲ ਕੀਤੀ ਕਿ ਪਹਿਲਾ ਵਿਆਹ ਮੈਂ ਤੁਹਾਡੀ ਮਰਜ਼ੀ ਨਾਲ ਕੀਤਾ ਹੈ ਤੇ ਹੁਣ ਦੂਜਾ ਵਿਆਹ ਮੈਂ ਆਪਣੀ ਮਰਜ਼ੀ ਦੇ ਨਾਲ ਕਰਨਾ ਚਾਹੁੰਦਾ ਹਾਂ। ਮੇਰੀ ਗੱਲ ਸੁਣ ਕੇ ਮਾਂ ਨੇ ਬਹੁਤ ਗੁੱਸਾ ਕੀਤਾ, ਪਰ ਮੈਂ ਸਾਫ਼ ਕਹਿ ਦਿੱਤਾ ਕਿ ਮੈਂ ਰਿਦਾ ਨੂੰ ਪਿਆਰ ਕਰਦਾ ਹਾਂ ਤੇ ਉਸੇ ਨਾਲ ਹੀ ਵਿਆਹ ਕਰਾਂਗਾ। ਪਰ ਮਾਂ ਕਹਿਣ ਲੱਗੀ ਕਿ ਉਹ ਇੱਕ ਸ਼ਾਦੀशुदा ਆਦਮੀ ਨਾਲ ਵਿਆਹ ਨਹੀਂ ਕਰੇਗੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਮਨਾਓਗੇ। ਮੇਰੀ ਨਜ਼ਰ ਵਿੱਚ ਇਸ ਵਿਆਹ ਦੀ ਕੋਈ ਅਹਿਮੀਅਤ ਨਹੀਂ ਆ। ਮੈਂ ਮਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜੇਕਰ ਮੇਰਾ ਵਿਆਹ ਰਿਦਾ ਨਾਲ ਨਾ ਹੋਇਆ ਤਾਂ ਮੈਂ ਤੁਹਾਡੀ ਵੱਡੀ ਬਹੂ ਨੂੰ ਵੀ ਤਲਾਕ ਦੇ ਦਊਂਗਾ। ਮੇਰੀ ਮਾਂ ਮੇਰੀ ਗੱਲ ਸੁਣ ਕੇ ਡਰ ਗਈ, ਪਰ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਉਹ ਤਲਾਕ ਵਾਲੀ ਗੱਲ ਤੋਂ ਇੰਨਾ ਡਰ ਕਿਉਂ ਗਈ ਸੀ। ਮੈਂ ਸੋਚ ਰਿਹਾ ਸੀ ਕਿ ਇਹੋ ਜਿਹਾ ਕਿਹੜਾ ਰਾਜ ਹੈ ਜੋ ਮੇਰੀ ਮਾਂ ਇੰਨਾ ਡਰ ਰਹੀ ਸੀ, ਜਾਂ ਫਿਰ ਉਹ ਕੀ ਵਜ੍ਹਾ ਹੋ ਸਕਦੀ ਹੈ ਜਿਸ ਕਰਕੇ ਕੱਲ੍ਹ ਤੱਕ ਜੋ ਮੇਰੀ ਮਾਂ ਮੇਰੀ ਭਾਬੀ ਦੀ ਦੁਸ਼ਮਣ ਸੀ, ਅੱਜ ਉਸ ਨਾਲ ਇੰਨਾ ਪਿਆਰ ਕਰਨ ਲੱਗੀ ਹੈ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰਾਜ਼ ਸੀ, ਪਰ ਮੈਂ ਇਸ ਗੱਲ 'ਤੇ ਬਹੁਤਾ ਗੌਰ ਹੀ ਨਾ ਕੀਤਾ। ਮੇਰੀ ਧਮਕੀ ਤੋਂ ਬਾਅਦ ਮਾਂ ਪੂਰੀ ਤਰ੍ਹਾਂ ਡਰ ਗਈ ਸੀ ਤੇ ਉਹ ਭੂਆ ਦੇ ਘਰ ਚਲੀ ਗਈ ਤੇ ਮੇਰੇ ਰਿਸ਼ਤੇ ਦੀ ਗੱਲ ਕਰਨ ਲੱਗੀ, ਬਲਕਿ ਉਹਨਾਂ ਨੂੰ ਮਨਾ ਵੀ ਲਿਆ। ਭਾਬੀ ਨਾਲ ਵਿਆਹ ਤੋਂ 1 ਮਹੀਨੇ ਬਾਅਦ ਹੀ ਮੈਂ ਦੂਜਾ ਵਿਆਹ ਕਰ ਲਿਆ। ਮੈਂ ਆਪਣੀ ਦੂਜੀ ਘਰਵਾਲੀ ਨੂੰ ਵਿਆਹ ਕੇ ਆਪਣੇ ਘਰ ਲੈ ਆਇਆ ਤਾਂ ਮੇਰੀ ਭਾਬੀ ਜਾਣੀ ਕਿ ਮੇਰੀ ਪਹਿਲੀ ਪਤਨੀ ਨੇ ਇੱਕ ਅਜੀਬ ਹੀ ਨਾਟਕ ਸ਼ੁਰੂ ਕਰ ਦਿੱਤਾ ਕਿ ਉਹ ਰੋਜ਼ ਹੀ ਇੱਕ ਵੇਸਣ ਦਾ ਲੱਡੂ ਲੈ ਕੇ ਆਉਂਦੀ ਤੇ ਮੇਰੀ ਘਰਵਾਲੀ ਨੂੰ ਦਿੰਦੀ ਤੇ ਕਹਿੰਦੀ ਕਿ ਇਸ ਨੂੰ ਖਾ ਲਾ, ਜਲਦੀ ਹੀ ਤੂੰ ਖੁਸ਼ਖਬਰੀ ਸੁਣਾਏਗੀ। ਮੇਰੀ ਪਤਨੀ ਉਹ ਲੱਡੂ ਖਾ ਲੈਂਦੀ, ਜਦ ਕਿ ਮੈਂ ਹੈਰਾਨੀ ਨਾਲ ਆਪਣੀ ਪਹਿਲੀ ਪਤਨੀ ਨੂੰ ਵੇਖਦਾ ਤੇ ਸੋਚਦਾ ਕਿ ਇਹ ਆਪਣੀ ਸੌਂਕਣ 'ਤੇ ਇੰਨੀ ਮਿਹਰਬਾਨ ਕਿਉਂ ਹੋ ਰਹੀ ਹੈ। ਪਰ ਮੈਂ ਇੱਕ ਗੱਲ 'ਤੇ ਬੜਾ ਹੈਰਾਨ ਸੀ ਕਿ ਜਦੋਂ ਮੇਰੀ ਪਤਨੀ ਉਹ ਲੱਡੂ ਖਾਂਦੀ ਹੈ ਤਾਂ ਉਹ ਬਹੁਤ ਹੀ ਅਜੀਬ ਜਿਹੀ ਹੋ ਜਾਂਦੀ ਹੈ। ਹਜੇ ਮੇਰੇ ਵਿਆਹ ਨੂੰ 2 ਮਹੀਨੇ ਹੀ ਲੰਘੇ ਸੀ ਕਿ ਅਚਾਨਕ ਮੇਰੀ ਪਹਿਲੀ ਪਤਨੀ ਬੇਹੋਸ਼ ਹੋ ਗਈ। ਅਸੀਂ ਸਾਰੇ ਬਹੁਤ ਪਰੇਸ਼ਾਨ ਹੋ ਗਏ ਤੇ ਮੈਂ ਵੀ ਸੋਚਣ ਲੱਗਾ ਕਿ ਅਸੀਂ ਇਸ ਕੋਲੋਂ ਸਾਰੇ ਘਰ ਦੇ ਕੰਮ ਕਰਵਾਉਂਦੇ ਹਾਂ। ਫਿਰ ਅਸੀਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਜੋ ਦੱਸਿਆ ਉਹ ਸੁਣ ਕੇ ਤਾਂ ਜਿਵੇਂ ਸਿਰ 'ਤੇ ਪਹਾੜ ਟੁੱਟ ਪਿਆ ਹੋਵੇ ਕਿ ਉਹ ਗਰਭਵਤੀ ਹੈ। ਇਹ ਸੁਣ ਕੇ ਅਸੀਂ ਸਾਰੇ ਸੁੰਨ ਰਹਿ ਗਏ ਕਿ ਇਹ ਤਾਂ ਬਾਂਝ ਹੈ, ਤਾਂ ਫਿਰ ਇਹ ਗਰਭਵਤੀ ਕਿਵੇਂ ਹੋ ਗਈ। ਜਦੋਂ ਕਿ ਮੇਰੀ ਦੂਜੀ ਪਤਨੀ ਰਿਦਾ ਗੁੱਸੇ ਨਾਲ ਲਾਲ ਹੋ ਗਈ। ਇਹ ਸੁਣ ਕੇ ਮੈਂ ਵੀ ਗੁੱਸੇ ਨਾਲ ਬੁਖਲਾ ਗਿਆ ਕਿ ਜਦੋਂ ਮੈਂ ਇਸ ਕੋਲ ਹੀ ਨਹੀਂ ਗਿਆ, ਕਦੇ ਇਸ ਨੂੰ ਹੱਥ ਤੱਕ ਨਹੀਂ ਲਗਾਇਆ, ਤਾਂ ਇਹ ਗਰਭਵਤੀ ਕਿਵੇਂ ਹੋ ਸਕਦੀ ਹੈ। ਫਿਰ ਮੈਂ ਉੱਥੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਇਹਨੂੰ ਹੱਥ ਤੱਕ ਨਹੀਂ ਲਗਾਇਆ, ਤਾਂ ਇਹ ਗਰਭਵਤੀ ਕਿਵੇਂ ਹੋ ਗਈ। ਇਹ ਨਹੀਂ ਹੋ ਸਕਦਾ। ਇਹ ਗੱਲ ਸੁਣ ਕੇ ਮੇਰੀ ਮਾਂ ਨੇ ਮੇਰੇ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਕਿ ਇਹ ਤੇਰਾ ਹੀ ਬੱਚਾ ਹੈ,
ਤੂੰ ਇਸ ਤਰ੍ਹਾਂ ਕਿਵੇਂ ਕਹਿ ਸਕਦਾ ਹੈ? ਮੈਨੂੰ ਮਾਂ 'ਤੇ ਬੜੀ ਹੈਰਾਨੀ ਹੋ ਰਹੀ ਸੀ ਕਿ ਉਹ ਇਹ ਗੱਲ ਕਿਵੇਂ ਕਹਿ ਸਕਦੀ ਹੈ। ਮੈਂ ਮਾਂ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਇਸ ਚਰਿੱਤਰਹੀਣ ਔਰਤ ਨਾਲ ਨਹੀਂ ਰਹਿ ਸਕਦਾ, ਮੈਂ ਇਸ ਨੂੰ ਤਲਾਕ ਦੇ ਦੇਵਾਂਗਾ। ਇਹ ਗੱਲ ਸੁਣ ਕੇ ਮੇਰੀ ਪਤਨੀ ਨੇ ਮੇਰੇ ਅੱਗੇ ਹੱਥ ਜੋੜ ਦਿੱਤੇ ਤੇ ਕਹਿਣ ਲੱਗੀ ਕਿ ਮੈਨੂੰ ਤਲਾਕ ਨਾ ਦੇਵੋ, ਇਹ ਬੱਚਾ ਤੁਹਾਡਾ ਹੀ ਹੈ। ਉਹਦੀ ਇਹ ਗੱਲ 'ਤੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਤੇ ਮੈਂ ਆਪਣੇ ਘਰ ਚਲਾ ਗਿਆ, ਜਦੋਂ ਕਿ ਉਹ ਲੋਕ ਵੀ ਮੇਰੇ ਪਿੱਛੇ ਹੀ ਘਰ ਆ ਗਏ। ਮੇਰੇ ਮਾਂ-ਬਾਪ ਤਾਂ ਬੱਚੇ ਦੀ ਆਉਣ ਦੀ ਖੁਸ਼ੀ ਵਿੱਚ ਪਾਗਲ ਹੋਈ ਫਿਰਦੇ ਸੀ। ਇਹ ਉਸ ਬੱਚੇ ਦੀ ਖੁਸ਼ੀ ਮਨਾ ਰਹੇ ਸੀ ਜੋ ਇਹਨਾਂ ਦਾ ਪੋਤਾ ਹੈ ਹੀ ਨਹੀਂ ਸੀ। ਮੈਂ ਸੋਚਿਆ ਕਿ ਮੈਂ ਇਸ ਉੱਤੇ ਇਲਜ਼ਾਮ ਲਗਾਉਂਦਾ ਹਾਂ ਤਾਂ ਇਹ ਮੇਰੇ ਨਾਲੋਂ ਰਿਸ਼ਤਾ ਤੋੜ ਦੇਵੇਗੀ। ਮੈਂ ਸੋਚਿਆ ਕਿ ਇਸ ਬਾਰੇ ਮੈਂ ਮਾਂ-ਪਾਪਾ ਨਾਲ ਗੱਲ ਕਰਕੇ ਰਹਾਂਗਾ। ਇੱਕ ਦਿਨ ਮੈਂ ਚੋਰੀ-ਚੋਰੀ ਆਪਣੀ ਭਾਬੀ ਦੀਆਂ ਸਾਰੀਆਂ ਰਿਪੋਰਟਾਂ ਲੈ ਕੇ ਕਿਸੇ ਦੂਸਰੇ ਹਸਪਤਾਲ ਚਲਾ ਗਿਆ। ਜਦੋਂ ਉੱਥੇ DNA ਟੈਸਟ ਰਿਪੋਰਟ ਆਈ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਬੱਚਾ ਤਾਂ। ਮੇਰਾ ਨਾਮ ਰਾਜੀਵ ਹੈ। ਮੈਂ ਇੱਕ ਸ਼ਹਿਰ ਦਾ ਰਹਿਣ ਵਾਲਾ ਹਾਂ। ਮੇਰੀ ਨੌਕਰੀ ਵੀ ਚੰਗੀ ਹੈ। ਮੇਰਾ ਵੱਡਾ ਭਰਾ ਵੀ ਬਹੁਤ ਚੰਗਾ ਸੀ। ਉਹ ਇੱਕ ਕੁੜੀ ਨੂੰ ਪਸੰਦ ਕਰਦਾ ਸੀ ਜਿਸ ਦਾ ਨਾਮ ਮੀਨਾ ਸੀ, ਪਰ ਮੇਰੀ ਮਾਂ ਬਿਲਕੁਲ ਵੀ ਉਸ ਕੁੜੀ ਨੂੰ ਪਸੰਦ ਨਹੀਂ ਕਰਦੀ ਸੀ। ਮੇਰੀ ਮਾਂ ਨੇ ਮੇਰੇ ਭਰਾ ਨੂੰ ਬਹੁਤ ਮਨ੍ਹਾ ਕੀਤਾ ਕਿ ਉਸ ਨਾਲ ਵਿਆਹ ਨਾ ਕਰੇ, ਕਿਉਂਕਿ ਉਹ ਕੁੜੀ ਮਨਹੂਸ ਹੈ, ਪਰ ਮੇਰਾ ਭਰਾ ਬਿਲਕੁਲ ਨਾ ਮੰਨਿਆ ਤੇ ਉਸ ਨੇ ਉਸ ਕੁੜੀ ਨਾਲ ਵਿਆਹ ਕਰ ਲਿਆ। ਮੇਰੀ ਮਾਂ ਨੂੰ ਉਸ ਦੇ ਹਰ ਕੰਮ 'ਤੇ ਇਤਰਾਜ਼ ਸੀ। ਜਦੋਂ ਕਿ ਮੇਰੀ ਮਾਂ ਵਾਰ-ਵਾਰ ਮੇਰੇ ਸਾਹਮਣੇ ਰਿਦਾ ਦਾ ਨਾਮ ਲੈਂਦੀ। ਰਿਦਾ ਮੈਨੂੰ ਬਹੁਤ ਪਸੰਦ ਸੀ। ਫਿਰ ਅਚਾਨਕ ਮੇਰੀ ਮਾਂ ਨੂੰ ਮੇਰੀ ਭਾਬੀ ਦੀ ਇੱਕ ਅਜਿਹੀ ਗੱਲ ਪਤਾ ਲੱਗੀ ਜਿਸ ਨੂੰ ਸੁਣ ਕੇ ਸਾਰੇ ਭਾਬੀ ਦੇ ਖਿਲਾਫ ਹੋ ਗਏ ਤੇ ਵੀਰੇ ਦਾ ਦੂਸਰਾ ਵਿਆਹ ਕਰਨ ਦੇ ਪਿੱਛੇ ਪੈ ਗਏ। ਮੇਰੀ ਭਾਬੀ ਬਾਂਝ ਸੀ। ਮੇਰੀ ਮਾਂ ਮੇਰੇ ਭਰਾ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਮੇਰੇ ਭਰਾ ਨੇ ਇੱਥੇ ਵੀ ਸਾਫ਼ ਮਨ੍ਹਾ ਕਰ ਦਿੱਤਾ। ਪਰ ਮੇਰਾ ਭਰਾ ਜ਼ਿਆਦਾ ਸਮਾਂ ਨਾ ਬਿਤਾ ਸਕਿਆ ਤੇ ਉਹਨਾਂ ਦੀ ਮੌਤ ਹੋ ਗਈ। ਫਿਰ ਮੇਰੀ ਮਾਂ ਮੇਰੀ ਭਾਬੀ ਨੂੰ ਇੱਕ ਪਲ ਦੇ ਲਈ ਵੀ ਬਰਦਾਸ਼ਤ ਨਹੀਂ ਕਰ ਰਹੀ ਸੀ ਕਿ ਉਹ ਮਨਹੂਸ ਹੈ। ਮੇਰੀ ਭਾਬੀ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ। ਮੇਰੀ ਭਾਬੀ ਹਮੇਸ਼ਾ ਰੋਂਦੀ ਰਹਿੰਦੀ, ਪਰ ਅਚਾਨਕ ਫਿਰ ਸਭ ਕੁਝ ਪਲਟ ਗਿਆ। ਹੁਣ ਮੇਰੀ ਮਾਂ ਹਮੇਸ਼ਾ ਮੇਰੀ ਭਾਬੀ ਦੇ ਗੁਣ ਗਾਉਂਦੀ ਨਾ ਥੱਕਦੀ ਤੇ ਉਸ ਦਾ ਵਿਆਹ ਮੇਰੇ ਨਾਲ ਕਰਨਾ ਚਾਹੁੰਦੀ, ਪਰ ਮੈਂ ਮਨ੍ਹਾ ਕੀਤਾ। ਪਰ ਮੇਰੀ ਇੱਕ ਨਾ ਚੱਲੀ ਤੇ ਮੇਰੀ ਵਿਧਵਾ ਭਾਬੀ ਦੇ ਨਾਲ ਮੇਰਾ ਵਿਆਹ ਕਰ ਦਿੱਤਾ, ਜੋ ਕਿ ਮੇਰੇ ਨਾਲੋਂ 10 ਸਾਲ ਵੱਡੀ ਸੀ। ਪਰ ਮੈਂ ਕਦੀ ਵੀ ਉਹਨਾਂ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਨਾ ਕੀਤਾ, ਇਸੇ ਲਈ ਉਹਨਾਂ ਨੂੰ ਮੈਂ ਕਦੀ ਵੀ ਆਪਣੇ ਕੋਲ ਨਹੀਂ ਆਉਣ ਦਿੱਤਾ। ਪਰ ਮੈਂ ਇੱਕ ਸ਼ਰਤ ਰੱਖੀ ਕਿ ਮੇਰਾ ਤੇ ਰਿਦਾ ਦਾ ਵਿਆਹ ਕੀਤਾ ਜਾਵੇਗਾ, ਤਾਂ ਮੇਰੀ ਮਾਂ ਮੰਨ ਗਈ ਤੇ ਮੇਰਾ ਤੇ ਰਿਦਾ ਦਾ ਵਿਆਹ ਕਰ ਦਿੱਤਾ। ਪਹਿਲਾਂ ਤਾਂ ਮੇਰੀ ਭੂਆ ਨੇ ਬਹੁਤ ਗੁੱਸਾ ਕੀਤਾ ਕਿ ਰਿਦਾ ਨੂੰ ਛੱਡ ਕੇ ਉਹਨੇ ਆਪਣੀ ਮਨਹੂਸ ਵਿਧਵਾ ਬਹੂ ਦੇ ਨਾਲ ਆਪਣੇ ਮੁੰਡੇ ਦਾ ਵਿਆਹ ਕਰ ਦਿੱਤਾ ਹੈ, ਪਰ ਬਾਅਦ ਵਿੱਚ ਮਾਂ ਨੇ ਬਹੁਤ ਤਰਲਿਆਂ ਦੇ ਨਾਲ ਭੂਆ ਨੂੰ ਮਨਾ ਹੀ ਲਿਆ। ਪਹਿਲਾਂ ਤਾਂ ਰਿਦਾ ਨੇ ਇਸ ਵਿਆਹ ਲਈ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ਵਿੱਚ ਉਹ ਵੀ ਮੰਨ ਗਈ। ਫਿਰ ਸਾਡਾ ਦੋਵਾਂ ਦਾ ਵਿਆਹ ਹੋ ਗਿਆ ਤੇ ਜਦੋਂ ਉਹ ਵਿਆਹ ਕੇ ਸਾਡੇ ਘਰ ਆਈ ਤਾਂ ਉਹ ਮੇਰੀ ਪਹਿਲੀ ਪਤਨੀ ਮੀਨਾ ਦੇ ਨਾਲ ਬਹੁਤ ਚੰਗੇ ਤਰੀਕੇ ਨਾਲ ਰਹਿੰਦੀ। ਉਹ ਦੋਵੇਂ ਚੰਗੀਆਂ ਦੋਸਤ ਬਣ ਚੁੱਕੀਆਂ ਸੀ। ਮੀਨਾ ਰੋਜ਼ ਹੀ ਉਹਨੂੰ ਇੱਕ ਵੇਸਣ ਦਾ ਲੱਡੂ ਖਾਣ ਲਈ ਦਿੰਦੀ। ਰਿਦਾ ਮੀਨਾ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਰਹਿੰਦੀ, ਪਰ ਮੇਰੇ ਨਾਲ ਹਮੇਸ਼ਾ ਗੁੱਸੇ ਹੀ ਰਹਿੰਦੀ। ਖਾਸ ਕਰਕੇ ਜਦੋਂ ਉਹ ਵੇਸਣ ਦਾ ਲੱਡੂ ਖਾ ਲੈਂਦੀ ਤਾਂ ਉਹ ਬੁਰੇ ਤਰੀਕੇ ਨਾਲ ਮੇਰੇ ਨਾਲ ਗੁੱਸੇ ਹੋ ਜਾਂਦੀ। ਉਹ ਮੇਰੇ ਕੋਲ ਵੀ ਨਾ ਆਉਂਦੀ। ਜਦੋਂ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ ਸੌਂ ਚੁੱਕਿਆ ਹਾਂ ਤਾਂ ਉਸ ਵਕਤ ਉਹ ਕਮਰੇ ਵਿੱਚ ਆਉਂਦੀ। ਮੈਂ ਇਸ ਸਭ ਤੋਂ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ। ਹੁਣ ਤਾਂ ਮੈਨੂੰ ਯਕੀਨ ਹੋ ਗਿਆ ਸੀ ਕਿ ਇਹ ਸਭ ਮੇਰੀ ਪਹਿਲੀ ਪਤਨੀ ਮੀਨਾ ਹੀ ਕਰ ਰਹੀ ਹੈ। ਮੈਂ ਉਸ ਨੂੰ ਕੁਝ ਕਹਿ ਪਾਉਂਦਾ ਇਸ ਤੋਂ ਪਹਿਲਾਂ ਪਤਾ ਚੱਲ ਗਿਆ ਕਿ ਉਹ ਗਰਭਵਤੀ ਹੈ। ਮੇਰੇ ਲੱਖ ਕਹਿਣ ਦੇ ਬਾਵਜੂਦ ਵੀ ਕਿਸੇ ਨੇ ਮੇਰੀ ਇੱਕ ਨਾ ਮੰਨੀ। ਜਦੋਂ ਮੈਂ ਉਹਦਾ DNA ਟੈਸਟ ਕਰਵਾਇਆ ਤਾਂ ਜੋ ਗੱਲ ਮੈਨੂੰ ਪਤਾ ਲੱਗੀ ਉਹ ਸੁਣ ਕੇ ਮੇਰੀ ਰੂਹ ਕੰਬ ਗਈ। ਮੈਂ ਫਾਈਲ ਹੱਥ ਵਿੱਚ ਫੜੀ ਹੋਈ ਸੀ ਤੇ ਵਾਰ-ਵਾਰ ਉਸ ਵੱਲ ਉੱਤੇ ਲਿਖਿਆ ਹੋਇਆ ਪੜ੍ਹ ਰਿਹਾ ਸੀ। ਮੈਂ ਇਹ ਸੋਚ ਰਿਹਾ ਸੀ ਕਿ ਇਹ ਸਭ ਇਹਨਾਂ ਨੇ ਕਿਸ ਤਰ੍ਹਾਂ ਕੀਤਾ। ਮੈਨੂੰ ਗੁੱਸਾ ਆ ਰਿਹਾ ਸੀ। ਗੁੱਸੇ ਨਾਲ ਮੈਂ ਘਰ ਜਾਣ ਲੱਗਾ ਤੇ ਮੈਂ ਸੋਚ ਰਿਹਾ ਸੀ ਕਿ ਘਰ ਜਾ ਕੇ ਮੈਂ ਇਹ ਸਭ ਹੁਣ ਹੋਰ ਬਰਦਾਸ਼ਤ ਨਹੀਂ ਕਰੂੰਗਾ ਤੇ ਮੈਂ ਇਹਨਾਂ ਦੇ ਚਿਹਰੇ ਉੱਤੇ ਚੜ੍ਹਿਆ ਹੋਇਆ ਨਕਾਬ ਉਤਾਰ ਕੇ ਰਹੂੰਗਾ। ਜਦੋਂ ਮੈਂ ਘਰ ਗਿਆ ਤਾਂ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ। ਮੈਂ ਸਿੱਧਾ ਹੀ ਮੀਨਾ ਦੇ ਕਮਰੇ ਵਿੱਚ ਗਿਆ, ਪਰ ਕਮਰੇ ਦੇ ਬਾਹਰ ਹੀ ਮੈਂ ਕੁਝ ਆਵਾਜ਼ਾਂ ਸੁਣ ਕੇ ਖੜ੍ਹਾ ਹੋ ਗਿਆ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਸਾਹ ਵੀ ਨਹੀਂ ਲੈ ਸਕੂੰਗਾ। ਜੋ ਹਕੀਕਤ ਅੱਜ ਮੈਨੂੰ ਪਤਾ ਚੱਲੀ ਸੀ ਉਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਅੰਦਰ ਤੋਂ ਟੁੱਟ ਗਿਆ ਸੀ।
ਕਿ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਵੇਂ ਹੋ ਸਕਦਾ ਹੈ। ਅਜੇ ਮੈਂ ਇਹ ਸਭ ਸੋਚ ਹੀ ਰਿਹਾ ਸੀ ਕਿ ਮੇਰੇ ਕਮਰੇ ਵਿੱਚ ਰਿਦਾ ਆਈ ਤੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਹੈ। ਮੈਂ ਰਿਦਾ ਵੱਲ ਵੇਖਣ ਲੱਗ ਗਿਆ ਤਾਂ ਮੇਰੀ ਮਾਂ ਵੀ ਪਿੱਛੇ ਹੀ ਆ ਗਈ ਤੇ ਉਹ ਵੀ ਹੈਰਾਨ ਹੋ ਕੇ ਰਿਦਾ ਨੂੰ ਕਹਿਣ ਲੱਗੀ ਕਿ ਤੂੰ ਇਹ ਕੀ ਕਹਿ ਰਹੀ ਹੈ। ਮੈਂ ਆਪਣੀ ਪਤਨੀ ਵੱਲ ਵੇਖਣ ਲੱਗਾ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਸੀ, ਪਰ ਉਸਨੇ ਮੇਰੇ ਨਾਲ ਉਹ ਕੀਤਾ ਜੋ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ। ਉਹ ਕਹਿਣ ਲੱਗੀ ਕਿ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੀਨਾ ਨਾਲ ਮੇਰਾ ਕੋਈ ਵੀ ਤਾਲੁਕ ਨਹੀਂ ਹੈ, ਪਰ ਇਹਨਾਂ ਦੇ ਉਹਦੇ ਨਾਲ ਤਾਲੁਕ ਬਣਾਏ ਤੇ ਉਹ ਇਹਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਉਸ ਦੀ ਗੱਲ ਸੁਣ ਕੇ ਮੇਰੀ ਮਾਂ ਕੁਝ ਕਹਿਣ ਹੀ ਲੱਗੀ ਸੀ ਕਿ ਉਸ ਤੋਂ ਪਹਿਲਾਂ ਹੀ ਮੈਂ ਉਸਨੂੰ ਤਲਾਕ ਲਈ ਕਹਿ ਦਿੱਤਾ। ਹੁਣ ਉਹ ਦੋਵੇਂ ਮੇਰੇ ਵੱਲ ਹੈਰਾਨੀ ਨਾਲ ਵੇਖਦੀਆਂ ਰਹਿ ਗਈਆਂ। ਉਹਨਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਸੀ ਕਿ ਮੈਂ ਰਿਦਾ ਨੂੰ ਤਲਾਕ ਦੇ ਸਕਦਾ ਹਾਂ। ਮੈਨੂੰ ਹੁਣ ਇਸ ਤੋਂ ਘਿਣ ਆ ਰਹੀ ਸੀ। ਮੈਂ 1 ਮਿੰਟ ਵੀ ਹੋਰ ਇਸ ਨਾਲ ਨਹੀਂ ਰਹਿ ਸਕਦਾ ਸੀ। ਇਹ ਤਾਂ ਆਪਣਾ ਸਮਾਨ ਲੈ ਕੇ ਕਮਰੇ ਵਿੱਚੋਂ ਜਾਣ ਲੱਗੀ ਤਾਂ ਮਾਂ ਨੇ ਮੇਰੇ ਮੂੰਹ 'ਤੇ ਇੱਕ ਥੱਪੜ ਮਾਰ ਦਿੱਤਾ ਤੇ ਕਹਿਣ ਲੱਗੀ, ਹੁਣ ਮੈਂ ਆਪਣੀ ਨਨਾਣ ਨੂੰ ਕੀ ਜਵਾਬ ਦੇਵਾਂਗੀ। ਰੋਂਦੇ ਹੋਏ ਮੈਂ ਚਲਾਉਣ ਲੱਗਾ, ਪਰ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਸ ਸਭ ਤੋਂ ਮੇਰੀ ਮਾਂ ਪਹਿਲਾਂ ਤੋਂ ਹੀ ਵਾਕਿਫ ਸੀ। ਮੈਂ ਕਿਹਾ ਕਿ ਮੇਰਾ ਤੇ ਦਿਲ ਕਰ ਰਿਹਾ ਹੈ ਕਿ ਮੈਂ ਮੀਨਾ ਨੂੰ ਵੀ ਤਲਾਕ ਦੇ ਦੇਵਾਂ ਤੇ ਤੁਹਾਨੂੰ ਵੀ ਛੱਡ ਕੇ ਇਸ ਘਰ ਤੋਂ ਹਮੇਸ਼ਾ ਲਈ ਚਲਾ ਜਾਵਾਂ ਜੋ ਤੁਸੀਂ ਮੇਰੇ ਨਾਲ ਇੰਨੀ ਵੱਡੀ ਖੇਡ ਖੇਡੀ। ਮੇਰੀ ਇਹ ਗੱਲ ਸੁਣ ਕੇ ਮੇਰੀ ਮਾਂ ਸੁੰਨ ਹੋ ਗਈ ਤੇ ਰਿਦਾ ਵੀ ਆਪਣਾ ਸਮਾਨ ਛੱਡ ਕੇ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗ ਗਈ। ਮੇਰੀ ਮਾਂ ਕਹਿਣ ਲੱਗੀ ਕਿ ਮੈਂ ਕੀ ਕੀਤਾ ਹੈ, ਤਾਂ ਮੈਂ ਮਾਂ ਨੂੰ ਕਿਹਾ ਕਿ ਮੈਨੂੰ ਸਭ ਸੱਚ ਦੱਸ ਦਿਓ ਜੋ ਤੁਸੀਂ ਸਾਰਿਆਂ ਨੇ ਮਿਲ ਕੇ ਮੇਰੇ ਨਾਲ ਖੇਡ ਖੇਡੀ ਹੈ। ਫਿਰ ਮੇਰੀ ਮਾਂ ਮੈਨੂੰ ਸਾਰੀ ਗੱਲ ਦੱਸਣ ਲੱਗ ਗਈ। ਮੇਰੇ ਭਰਾ ਤੇ ਮੀਨਾ ਦਾ ਵਿਆਹ ਪਸੰਦ ਆ ਸੀ। ਮੀਨਾ ਨੂੰ ਮੇਰੀ ਮਾਂ ਪਸੰਦ ਨਹੀਂ ਸੀ, ਇਸ ਲਈ ਮੇਰੇ ਭਰਾ ਨੇ ਆਪਣੀ ਸਾਰੀ ਕਮਾਈ ਮੀਨਾ ਦੇ ਨਾਂ ਕਰ ਦਿੱਤੀ। ਮੇਰੀ ਭਾਬੀ ਨਹੀਂ ਬਲਕਿ ਮੇਰਾ ਭਰਾ ਬਾਂਝ ਸੀ। ਉਹਨਾਂ ਨੇ ਮੇਰੀ ਭਾਬੀ ਨੂੰ ਧਮਕਾਇਆ ਸੀ ਕਿ ਜੇਕਰ ਉਹਨਾਂ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਹਨਾਂ ਨੂੰ ਤਲਾਕ ਦੇ ਦੇਣਗੇ, ਪਰ ਮੇਰੀ ਭਾਬੀ ਹਮੇਸ਼ਾ ਮਨਹੂਸ ਤੇ ਬਾਂਝ ਦੇ ਤਾਨੇ ਸੁਣ ਕੇ ਅੱਕ ਗਈ ਸੀ। ਇਸੇ ਤਰ੍ਹਾਂ ਜਦ 10ਵੀਂ ਵਾਲੇ ਦਿਨ ਮਾਂ ਨੇ ਭਾਬੀ ਨੂੰ ਰੱਬ ਦੇ ਸਾਹਮਣੇ ਰੋਂਦੇ ਵੇਖਿਆ ਤਾਂ ਭਾਬੀ ਨੂੰ ਰੋਂਦੇ ਹੋਏ ਵੇਖ ਕੇ ਮਾਂ ਨੂੰ ਆਪਣਾ ਗੁੱਸਾ ਯਾਦ ਆ ਗਿਆ ਤੇ ਉਹ ਪਰਮਾਤਮਾ ਕੋਲੋਂ ਡਰ ਗਈ ਤੇ ਭਾਬੀ ਕੋਲੋਂ ਮਾफ़ੀ ਮੰਗਣ ਲੱਗ ਗਈ। ਉਹਨਾਂ ਨੇ ਭਾਬੀ ਨਾਲ ਵਾਅਦਾ ਕੀਤਾ ਕਿ ਮੈਂ ਉਹਨਾਂ ਦਾ ਵਿਆਹ ਆਪਣੇ ਛੋਟੇ ਬੇਟੇ ਨਾਲ ਕਰਵਾ ਦੂੰਗੀ, ਪਰ ਜਦੋਂ ਮੈਂ ਉਹਨਾਂ ਨੂੰ ਧਮਕੀ ਦਿੱਤੀ ਤਾਂ ਉਹਨਾਂ ਨੂੰ ਮੰਨਣਾ ਪਿਆ। ਪਰ ਮੇਰੀ ਭੂਆ ਮੰਨ ਨਹੀਂ ਰਹੀ ਸੀ, ਪਰ ਮਾਂ ਨੇ ਭੂਆ ਨੂੰ ਹੀ ਮਨਾ ਲਿਆ। ਰਿਸ਼ਤਾ ਹੋਣ ਤੋਂ ਦੂਜੇ ਹੀ ਦਿਨ ਰਿਦਾ ਸਾਡੇ ਘਰ ਆਈ ਤੇ ਉਸਨੇ ਮਾਂ ਨੂੰ ਦੱਸਿਆ ਕਿ ਉਹ ਕਿਸੇ ਹੋਰ ਨੂੰ ਪਸੰਦ ਕਰਦੀ ਹੈ, ਉਸ ਦੇ ਬਗੈਰ ਨਹੀਂ ਰਹਿ ਸਕਦੀ। ਇਹ ਸੁਣ ਕੇ ਮਾਂ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਕਿ ਹੁਣ ਉਹ ਵਿਆਹ ਕਰ ਲਵੇ, ਜਦੋਂ ਹਾਲਾਤ ਸਹੀ ਹੋਣਗੇ ਤਾਂ ਤਲਾਕ ਲੈ ਲਵੇ ਤੇ ਫਿਰ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰ ਲਵੇ। ਮੇਰੀ ਮਾਂ ਨੇ ਉਸ ਨੂੰ ਸਮਝਾਇਆ ਕਿ ਤਲਾਕ ਤੋਂ ਬਾਅਦ ਤੇਰੀ ਮਾਂ ਉਸ ਗਰੀਬ ਆਦਮੀ ਨਾਲ ਤੇਰਾ ਵਿਆਹ ਕਰ ਦੇਵੇਗੀ, ਨਹੀਂ ਤਾਂ ਉਹ ਕਦੀ ਵੀ ਨਹੀਂ ਮੰਨੇਗੀ, ਕਿਉਂਕਿ ਰਿਦਾ ਜਿਸ ਮੁੰਡੇ ਨੂੰ ਪਸੰਦ ਕਰਦੀ ਸੀ ਉਹ ਗਰੀਬ ਘਰ ਦਾ ਸੀ। ਪਰ ਮਾਂ ਨੂੰ ਲੱਗਾ ਸੀ ਕਿ ਵਿਆਹ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ, ਪਰ ਰਿਦਾ ਹਮੇਸ਼ਾ ਮੇਰੇ ਨਾਲ ਗੁੱਸੇ ਰਹਿੰਦੀ ਤੇ ਰਾਤ ਦੇ ਹਨੇਰੇ ਵਿੱਚ ਕਮਰੇ ਵਿੱਚ ਆਉਂਦੀ, ਪਰ ਉਹ ਕਮਰੇ ਵਿੱਚ ਆਉਣ ਵਾਲੀ ਰਿਦਾ ਨਹੀਂ ਮੀਨਾ ਸੀ। ਮਾਂ ਇਹ ਸਭ ਕੁਝ ਜਾਣਦੀ ਸੀ। ਉਸ ਨੂੰ ਇਹ ਸੀ ਕਿ ਔਲਾਦ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਮੇਰਾ ਤੇ ਮੀਨਾ ਦਾ ਰਿਸ਼ਤਾ ਮਜ਼ਬੂਤ ਕਰਨਾ ਚਾਹੁੰਦੀ ਸੀ ਔਲਾਦ ਦੇ ਜ਼ਰੀਏ। ਇਸ ਤਰ੍ਹਾਂ ਰਿਦਾ ਦਾ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਵਾਸਤਾ ਨਹੀਂ ਸੀ, ਕਿਉਂਕਿ ਉਹ ਮੇਰੇ ਨਾਲ ਮੇਰੀ ਪਤਨੀ ਹੋਣ ਦੇ ਬਾਵਜੂਦ ਵੀ ਕਿਸੇ ਹੋਰ ਦੀ ਇਮਾਨਤ ਖੁਦ ਨੂੰ ਸਮਝਦੀ ਸੀ। ਮੀਨਾ ਦੀ ਰਿਪੋਰਟ ਵੇਖ ਕੇ ਮੈਂ ਇੱਕ ਪੱਥਰ ਦੀ ਤਰ੍ਹਾਂ ਬਣ ਗਿਆ ਸੀ। ਘਰ ਵਾਪਸ ਆਇਆ ਤਾਂ ਮੀਨਾ ਤੇ ਮਾਂ ਰਿਦਾ ਨੂੰ ਸਮਝਾ ਰਹੀਆਂ ਸੀ ਕਿ ਉਹ ਇਸ ਤਰ੍ਹਾਂ ਤਲਾਕ ਲੈ ਕੇ ਖੁਦ ਦੀ ਜ਼ਿੰਦਗੀ ਖਰਾਬ ਨਾ ਕਰੇ, ਪਰ ਉਹ ਕਿਸੇ ਹੋਰ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਹੀ ਸੀ ਜੋ ਮੇਰੀ ਗੈਰਤ ਨੂੰ ਗਵਾਰਾ ਨਹੀਂ ਸੀ। ਮੈਂ ਉਸ ਨੂੰ ਤਲਾਕ ਦੇ ਦਿੱਤਾ ਸੀ। ਮੈਂ ਸਾਰਿਆਂ ਨਾਲ ਨਾਰਾਜ਼ ਸੀ। ਮੇਰੀ ਮਾਂ ਵੀ ਪਰੇਸ਼ਾਨ ਸੀ। ਰਿਦਾ ਜਾ ਚੁੱਕੀ ਸੀ ਤੇ ਉਸ ਲੜਕੇ ਨਾਲ ਵਿਆਹ ਵੀ ਕਰਵਾ ਚੁੱਕੀ ਸੀ। 9 ਮਹੀਨੇ ਬਾਅਦ ਮੇਰੇ ਘਰ ਬੱਚਾ ਪੈਦਾ ਹੋਇਆ, ਜਿਸ ਨੂੰ ਵੇਖਦੇ ਹੀ ਮੈਂ ਬਦਲ ਗਿਆ ਤੇ ਮੀਨਾ ਨੂੰ ਹੀ ਕਬੂਲ ਕਰ ਲਿਆ। ਇਸ ਗੱਲ ਨੂੰ ਕਈ ਸਾਲ ਗੁਜ਼ਰ ਗਏ। ਹੁਣ ਮੇਰੇ 2 ਬੱਚੇ ਵੀ ਹੋ ਗਏ ਆ ਤੇ ਮੈਂ ਮੀਨਾ ਨੂੰ ਬਹੁਤ ਪਿਆਰ ਵੀ ਕਰਦਾ ਹਾਂ। ਉਹ ਬਹੁਤ ਹੀ ਚੰਗੀ ਪਤਨੀ ਹੈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।